ਡੀਅਰ ਸਟੂਡੈਂਟਸ, ਵੈਲਕਮ। ਅੱਜ ਅਸੀਂ ਪੰਜਾਬ ਦੇ ਇਤਿਹਾਸ ਦਾ ਬੜਾ ਇੰਪੋਰਟੈਂਟ ਲੈਸਨ ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ, ਇਹਦੇ ਪ੍ਰਸ਼ਨ ਉੱਤਰ ਕਰਾਂਗੇ। ਪਹਿਲਾ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਉੱਤਰਾਧਿਕਾਰੀ ਕੌਣ ਬਣਿਆ? ਖੜਕ ਸਿੰਘ, ਉਸ ਦਾ ਪੁੱਤਰ ਜਿਹੜਾ ਸੀ ਉਹ ਉੱਤਰਾਧਿਕਾਰੀ ਬਣਿਆ ਸੀ। ਲਾਹੌਰ ਰਾਜ ਦਾ ਆਖਰੀ ਸਿੱਖ ਹਾਕਮ ਕੌਣ ਸੀ? ਮਹਾਰਾਜਾ ਦਲੀਪ ਸਿੰਘ। ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰਨ ਵਾਲਾ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਲਾਰਡ ਡਲਹੌਜ਼ੀ। ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? 1849। ਮੁਦਕੀ ਦੀ ਲੜਾਈ ਵਿੱਚ ਕਿਸ ਸਿੱਖ ਸਰਦਾਰ ਨੇ ਗੱਦਾਰੀ ਕੀਤੀ? ਲਾਲ ਸਿੰਘ ਨੇ। ਨੈਕਸਟ, ਮਹਾਰਾਜਾ ਦਲੀਪ ਸਿੰਘ ਦੀ ਮਾਤਾ ਅਤੇ ਸਰਪ੍ਰਸਤ ਕੌਣ ਸੀ? ਮਹਾਰਾਣੀ ਜਿੰਦਾ। ਲਾਹੌਰ ਰਾਜ ਦਾ ਗੱਦਾਰ ਪ੍ਰਧਾਨ ਮੰਤਰੀ? ਲਾਲ ਸਿੰਘ। ਲਾਹੌਰ ਰਾਜ ਦਾ ਗੱਦਾਰ ਸੈਨਾਪਤੀ? ਤੇਜਾ ਸਿੰਘ। ਇਹ ਦੋਨੋਂ ਭਰਾ ਸੀ ਤੇ ਦੋਵੇਂ ਗੱਦਾਰ ਸੀਗੇ, ਅੰਗਰੇਜ਼ਾਂ ਨਾਲ ਰਲੇ ਹੋਏ ਸੀ। ਸਭਰਾਉਂ ਦੀ ਲੜਾਈ ਦਾ ਨਾਇਕ ਸਰਦਾਰ? ਸ਼ਾਮ ਸਿੰਘ ਅਟਾਰੀਵਾਲਾ। ਮੁਲਤਾਨ ਦਾ ਦੀਵਾਨ ਸੀ ਮੂਲ ਰਾਜ। ਅਫਗਾਨਿਸਤਾਨ ਦਾ ਅਮੀਰ ਦੋਸਤ ਮੁਹੰਮਦ। ਅੰਗਰੇਜ਼ ਸੈਨਾਪਤੀ ਹਿਊਗ ਗਫ। ਹਜ਼ਾਰਾ ਦਾ ਨਾਜ਼ਿਮ ਜਾਂ ਗਵਰਨਰ ਚਤਰ ਸਿੰਘ ਅਟਾਰੀਵਾਲਾ। ਮੁਦਕੀ ਦੀ ਲੜਾਈ। ਸੋ ਪਿਆਰੇ ਬੱਚਿਓ, ਇਹ ਕੁਛ ਲੜਾਈਆਂ ਨੇ। ਪਹਿਲੀਆਂ 5 ਲੜਾਈਆਂ ਜਿਹੜੀਆਂ ਸੀ ਇਹ ਸੀਗੀਆਂ ਅੰਗਰੇਜ਼ਾਂ ਅਤੇ ਸਿੱਖਾਂ ਦੇ ਪਹਿਲੇ ਯੁੱਧ ਦੀਆਂ। ਮੁਦਕੀ, ਫਿਰੋਜ਼ ਸ਼ਾਹ, ਬੱਦੋਵਾਲ, ਅਲੀਵਾਲ ਅਤੇ ਸਭਰਾਉਂ, ਇਹ ਅਸੀਂ ਪੰਜਾਬ ਦੇ ਨਕਸ਼ੇ ਵਿੱਚ ਵੀ ਭਰਾਂਗੇ। ਇਹਨਾਂ ਦੇ ਸਾਲ ਤੁਸੀਂ ਲੜੀਵਾਰ ਯਾਦ ਕਰ ਲੈਣੇ ਆ ਅਤੇ ਡੇਟਸ ਪੂਰੀਆਂ ਹੀ ਯਾਦ ਕਰਨੀਆਂ। ਜਿਵੇਂ ਪਹਿਲੀ ਮੁਦਕੀ ਦੀ 18 ਦਸੰਬਰ 1845, ਫਿਰੋਜ਼ ਸ਼ਾਹ ਦੀ 21 ਦਸੰਬਰ 1845, 3 ਦਿਨ ਬਾਅਦ ਹੋਈ ਸੀ। ਬੱਦੋਵਾਲ 21 ਜਨਵਰੀ 1846, 1 ਮਹੀਨੇ ਬਾਅਦ ਹੋਈ ਸੀ। ਅਲੀਵਾਲ 28 ਜਨਵਰੀ 1846, 7 ਦਿਨ ਬਾਅਦ। ਤਾਂ ਨੈਕਸਟ ਐਂਡ ਫਾਈਨਲ ਸਭਰਾਉਂ ਦੀ ਲੜਾਈ 10 ਫਰਵਰੀ 1846। ਸੋ ਇਹਨਾਂ ਲੜਾਈਆਂ ਤੋਂ ਬਾਅਦ ਲਾਹੌਰ ਦੀ ਸੰਧੀ ਹੋਈ ਸੀ, ਫਿਰ ਸਭਰਾਉਂ ਦੀ ਸੰਧੀ ਹੋ ਗਈ ਸੀ। ਲੇਕਿਨ ਅੰਗਰੇਜ਼ਾਂ ਨੇ ਪੰਜਾਬ ਦੇ ਉੱਪਰ ਕਬਜ਼ਾ ਨਹੀਂ ਕੀਤਾ ਸੀ। ਹਾਲੇ ਉਹਨਾਂ ਨੇ ਬ੍ਰਿਟਿਸ਼ ਰੈਜ਼ੀਡੈਂਟ ਭੇਜ ਦਿੱਤਾ ਸੀ ਆਪਣਾ, ਅਤੇ ਫੌਜ ਰੱਖੀ ਸੀ ਇਹ ਕਹਿ ਕੇ ਕਿ ਅਸੀਂ ਪੰਜਾਬ ਦੇ ਵਿੱਚ ਖਾਲਸਾ ਫੌਜ ਨੂੰ ਕੰਟਰੋਲ ਕਰਾਂਗੇ। ਫਿਰ 1848-49 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਦੀ ਦੂਜੀ ਲੜਾਈ ਹੋਈ। ਦੂਜਾ ਐਂਗਲੋ ਸਿੱਖ ਯੁੱਧ ਹੋਇਆ, ਜਿਸ ਦੀਆਂ 4 ਲੜਾਈਆਂ ਹੋਈਆਂ। ਰਾਮਨਗਰ, ਚਿਲਿਆਂਵਾਲਾ, ਮੁਲਤਾਨ ਅਤੇ ਗੁਜਰਾਤ। ਰਾਮਨਗਰ ਦੀ ਲੜਾਈ 22 ਨਵੰਬਰ 1848, ਚਿਲਿਆਂਵਾਲਾ 13 ਜਨਵਰੀ 1849, ਮੁਲਤਾਨ 22 ਜਨਵਰੀ 1849 ਅਤੇ ਲਾਸਟ ਹੈ ਗੁਜਰਾਤ ਦੀ ਲੜਾਈ 21 ਫਰਵਰੀ 1849। ਇਹ ਗੁਜਰਾਤ ਪਾਕਿਸਤਾਨ ਵਾਲਾ ਗੁਜਰਾਤ ਹੈ, ਜਿਹੜਾ ਭਾਰਤ ਵਿੱਚ ਉਹ ਵਾਲਾ ਨਹੀਂ ਹੈ। ਖਾਲੀ ਥਾਵਾਂ ਭਰੋ। ਪਹਿਲਾ ਐਂਗਲੋ ਸਿੱਖ ਯੁੱਧ ਡੈਸ਼ ਦੀ ਲੜਾਈ ਨਾਲ ਸ਼ੁਰੂ ਹੋਇਆ। ਸੋ ਪਹਿਲੀ ਲੜਾਈ ਸੀ ਮੁਦਕੀ। ਦੂਜੇ ਐਂਗਲੋ ਸਿੱਖ ਯੁੱਧ ਵਿੱਚ ਪੰਜਾਬ ਦਾ ਮਹਾਰਾਜਾ ਕੌਣ ਸੀ? ਦਲੀਪ ਸਿੰਘ ਸੀ ਉਸ ਟਾਈਮ 'ਤੇ। ਬੱਦੋਵਾਲ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਸਰਦਾਰ ਰਣਜੋਧ ਸਿੰਘ ਮਜੀਠੀਆ ਨੇ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀ ਤਾਂ ਪੰਜਾਬ ਦੇ ਉੱਪਰ ਅੰਗਰੇਜ਼ਾਂ ਨੇ ਆਪਣੀ ਨਜ਼ਰ ਨਹੀਂ ਟਿਕਾਈ ਸੀ, ਲੇਕਿਨ 1839 ਵਿੱਚ ਉਸ ਦੀ ਮੌਤ ਤੋਂ ਬਾਅਦ ਅਗਲੇ 10 ਸਾਲਾਂ ਦੇ ਵਿੱਚ ਹੀ ਪੰਜਾਬ ਨੂੰ ਅੰਗਰੇਜ਼ਾਂ ਨੇ ਜਿੱਤ ਲਿਆ ਸੀ। ਦੂਜੇ ਐਂਗਲੋ ਸਿੱਖ ਯੁੱਧ ਦੇ ਸਿੱਟੇ ਵਜੋਂ ਡੈਸ਼ ਹੀਰਾ ਅੰਗਰੇਜ਼ਾਂ ਨੂੰ ਮਿਲਿਆ। ਸੋ ਕੋਹੀਨੂਰ ਹੀਰਾ, ਜਿਹੜਾ ਕਿ ਹੁਣ ਇੰਗਲੈਂਡ ਵਿੱਚ ਹੈ, ਉਹ ਅੰਗਰੇਜ਼ ਲੈ ਗਏ ਸੀ ਇੱਥੋਂ। ਦੂਜੇ ਐਂਗਲੋ ਸਿੱਖ ਯੁੱਧ ਦਾ ਡੈਸ਼ ਦੀ ਲੜਾਈ ਨਾਲ ਅੰਤ ਹੋਇਆ। ਸੋ ਗੁਜਰਾਤ ਦੀ ਆਖਰੀ ਲੜਾਈ ਸੀ, ਇਸ ਦੇ ਨਾਲ ਅੰਤ ਹੋਇਆ ਸੀ। ਸਹੀ ਗਲਤ ਵੇਖੀਏ, ਟਰੂ ਐਂਡ ਫਾਲਸ। ਲਾਹੌਰ ਦੀ ਦੂਜੀ ਸੰਧੀ 11 ਮਾਰਚ 1846 ਨੂੰ ਹੋਈ। ਠੀਕ ਹੈ। ਭੈਰੋਵਾਲ ਦੀ ਸੰਧੀ ਉੱਤੇ ਮਹਾਰਾਣੀ ਜਿੰਦਾ ਨੇ ਦਸਤਖਤ ਕੀਤੇ।
ਗਲਤ ਹੈ ਬੇਟਾ। ਉਸ ਨੂੰ ਮਹਾਰਾਣੀ ਜਿੰਦਾ ਨੂੰ ਤਾਂ ਇਹਨਾਂ ਨੇ ਪੰਜਾਬ ਵਿੱਚੋਂ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਸੀ। ਮਹਾਰਾਣੀ ਜਿੰਦਾ ਨੂੰ ਦੇਸ਼ ਨਿਕਾਲਾ ਦੇ ਕੇ ਲਾਹੌਰ ਭੇਜਿਆ ਗਿਆ, ਗਲਤ ਹੈ, ਇਹਨੂੰ ਬਨਾਰਸ ਭੇਜਿਆ ਸੀ। ਗੁਜਰਾਤ ਦੀ ਲੜਾਈ ਨੂੰ ਤੋਪਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ, ਗਲਤ ਹੈ ਬੇਟਾ ਇਹ ਵੀ। ਭੈਰੋਵਾਲ ਦੀ ਸੰਧੀ 16 ਦਸੰਬਰ 1846 ਨੂੰ ਹੋਈ, ਗਲਤ। ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ? 1845-46। ਦੂਜਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ? 1848 ਤੇ 49। ਪਹਿਲਾ ਐਂਗਲੋ ਸਿੱਖ ਯੁੱਧ ਕਿਸ ਲੜਾਈ ਨਾਲ ਖਤਮ ਹੋਇਆ? ਸਭਰਾਓ ਦੀ ਲੜਾਈ ਨਾਲ ਖਤਮ ਹੋਇਆ ਸੀ। ਪੰਜਾਬ ਦੀ ਜਿੱਤ ਦੇ ਬਾਅਦ ਅੰਗਰੇਜ਼ਾਂ ਨੇ ਉੱਥੋਂ ਦਾ ਪ੍ਰਸ਼ਾਸਨ ਕਿਸ ਨੂੰ ਸੌਂਪਿਆ? ਹੈਨਰੀ ਲਾਰੈਂਸ। ਅੰਗਰੇਜ਼ਾਂ ਨੇ ਪੰਜਾਬ ਤੋਂ ਪ੍ਰਾਪਤ ਕੋਹੀਨੂਰ ਹੀਰਾ ਕਿਸ ਕੋਲ ਭੇਜਿਆ? ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਕੋਲ। ਪਹਿਲੇ ਐਂਗਲੋ ਸਿੱਖ ਯੁੱਧ ਦੀਆਂ 4 ਮੁੱਖ ਲੜਾਈਆਂ ਆਪਾਂ ਉਹਨਾਂ ਦੀ ਲਿਸਟ ਹੁਣੇ ਬਣਾਈ ਸੀਗੀ। ਮੁਦਕੀ, ਫਿਰੋਜ਼ ਸ਼ਾਹ, ਅਲੀਵਾਲ, ਬੱਦੋਵਾਲ ਤੇ ਸਭਰਾਓ। ਦੂਜੇ ਐਂਗਲੋ ਸਿੱਖ ਯੁੱਧ ਦੀਆਂ 4 ਪ੍ਰਮੁੱਖ ਲੜਾਈਆਂ ਰਾਮਨਗਰ, ਚਿਲਿਆਂਵਾਲਾ, ਮੁਲਤਾਨ ਤੇ ਗੁਜਰਾਤ। ਸਭਰਾਓ ਦੀ ਲੜਾਈ ਕਦੋਂ ਹੋਈ ਅਤੇ ਇਸ ਦਾ ਕੀ ਸਿੱਟਾ ਨਿਕਲਿਆ? ਇੱਕ ਇੰਪੋਰਟੈਂਟ ਲੜਾਈ ਸੀ। ਇਹ ਹੋਈ ਸੀ 10 ਫਰਵਰੀ 1846 ਨੂੰ। ਇਸ ਵਿੱਚ ਸਿੱਖ ਹਾਰ ਗਏ ਤੇ ਅੰਗਰੇਜ਼ੀ ਫੌਜਾਂ ਜਿਹੜੀਆਂ ਸੀ ਇਹ ਬਿਨਾਂ ਕਿਸੇ ਰੁਕਾਵਟ ਦੇ ਸਤਲੁਜ ਨਦੀ ਪਾਰ ਕਰ ਗਈ। ਤੁਹਾਨੂੰ ਪਤਾ ਹੋਣਾ ਵੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ 1809 ਵਿੱਚ ਇੱਕ ਸੰਧੀ ਹੋਈ ਸੀ ਅੰਮ੍ਰਿਤਸਰ ਵਿੱਚ। ਅੰਮ੍ਰਿਤਸਰ ਦੀ ਸੰਧੀ ਕਹਿੰਦੇ ਨੇ। ਅਤੇ ਉਦੋਂ ਇਹ ਡਿਸਾਈਡ ਕੀਤਾ ਗਿਆ ਸੀ ਕਿ ਸਤਲੁਜ ਨਦੀ ਜਿਹੜੀ ਹੈ ਇਹ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਦੇ ਵਿਚਕਾਰ ਬਾਰਡਰ ਦਾ ਕੰਮ ਕਰੇਗੀ। ਲੇਕਿਨ ਹੁਣ ਸਭਰਾਓ ਦੀ ਲੜਾਈ ਤੋਂ ਬਾਅਦ ਅੰਗਰੇਜ਼ ਜਿਹੜੇ ਸੀ ਦਰਿਆ ਸਤਲੁਜ ਪਾਰ ਕਰਕੇ ਰਣਜੀਤ ਸਿੰਘ ਦੀ ਯਾਨੀ ਕਿ ਲਾਹੌਰ ਰਾਜ ਦੀ ਸੀਮਾ ਵਿੱਚ ਐਂਟਰ ਕਰ ਗਏ। ਰਣਜੀਤ ਸਿੰਘ ਤਾਂ ਉਦੋਂ ਹੈ ਨਹੀਂ ਸੀ। ਕਾਉਂਸਿਲ ਆਫ ਰੀਜੈਂਸੀ ਬਾਰੇ ਤੁਸੀਂ ਕੀ ਜਾਣਦੇ ਹੋ? ਦੂਜੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਲਾਹੌਰ ਦਾ ਰਾਜ ਪ੍ਰਬੰਧ ਜਿਹੜਾ ਚਲਾਉਣ ਵਾਸਤੇ 8 ਮੈਂਬਰਾਂ ਦੀ ਕਾਉਂਸਿਲ ਆਫ ਰੀਜੈਂਸੀ ਬਣਾਈ ਗਈ ਸੀ। ਸੋ ਇਸੇ ਨੂੰ ਕਾਉਂਸਿਲ ਆਫ ਰੀਜੈਂਸੀ ਕਿਹਾ ਜਾਂਦਾ ਹੈ। ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਸੋ 1849 ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਸੀ ਲਾਰਡ ਡਲਹੌਜ਼ੀ। ਭੈਰੋਵਾਲ ਦੀ ਸੰਧੀ ਦੀਆਂ ਕੋਈ 4 ਧਾਰਾਵਾਂ। ਭੈਰੋਵਾਲ ਦੀ ਸੰਧੀ ਬੜੀ ਇੰਪੋਰਟੈਂਟ ਹੈ। ਇਹ ਅੰਗਰੇਜ਼ਾਂ ਅਤੇ ਉਸ ਟਾਈਮ ਦੀ ਜਿਹੜੀ ਲਾਹੌਰ ਸੂਬਾ ਸੀ, ਰਾਜ ਸੀ, ਉਸ ਨਾਲ ਹੋਈ ਸੀ ਸੰਧੀ। ਇਸ ਵਿੱਚ ਕੀ ਡਿਸਾਈਡ ਕੀਤਾ ਗਿਆ ਕਿ ਲਾਹੌਰ ਵਿੱਚ ਗਵਰਨਰ ਜਨਰਲ ਦੁਆਰਾ ਨਿਯੁਕਤ ਕੀਤਾ ਇੱਕ ਬ੍ਰਿਟਿਸ਼ ਰੈਜ਼ੀਡੈਂਟ ਰਹੇਗਾ, ਯਾਨੀ ਕਿ ਅੰਗਰੇਜ਼ਾਂ ਦਾ ਇੱਕ ਨੁਮਾਇੰਦਾ। ਨਾਬਾਲਿਗ ਮਹਾਰਾਜਾ ਦਲੀਪ ਸਿੰਘ ਦਾ ਸ਼ਾਸਨ ਪ੍ਰਬੰਧ ਜਿਹੜਾ ਹੈ ਇਹ 8 ਸਰਦਾਰਾਂ ਦੀ ਕਾਉਂਸਿਲ ਆਫ ਰੀਜੈਂਸੀ ਚਲਾਏਗੀ। ਸੋ ਜਿਹੜੀ ਕਾਉਂਸਿਲ ਆਫ ਰੀਜੈਂਸੀ ਸੀ ਇਹ ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਜਿਹੜੀ ਸੀ ਨਿਯੁਕਤ ਕੀਤੀ ਗਈ ਸੀ। ਇਹ ਕਿਉਂਕਿ ਮਹਾਰਾਜਾ ਦਲੀਪ ਸਿੰਘ ਵਾਲੇ ਛੋਟਾ ਸੀ ਅਤੇ ਉਸਦੀ ਹੈਲਪ ਕਰਨ ਵਾਸਤੇ 8 ਸਰਦਾਰ ਇਸ ਵਿੱਚ ਐਡ ਕੀਤੇ ਗਏ ਸੀ। ਕਾਉਂਸਿਲ ਆਫ ਰੀਜੈਂਸੀ ਬ੍ਰਿਟਿਸ਼ ਰੈਜ਼ੀਡੈਂਟ ਦੀ ਸਲਾਹ ਨਾਲ ਪ੍ਰਸ਼ਾਸਨ ਦਾ ਕੰਮ ਚਲਾਏਗੀ। ਇਸ ਸੰਧੀ ਰਾਹੀਂ ਮਹਾਰਾਣੀ ਜਿੰਦਾ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ ਸੀ। ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਕਿਉਂ ਨਾ ਕੀਤਾ? ਹਾਲਾਂਕਿ ਅੰਗਰੇਜ਼ ਜਿੱਤ ਗਏ ਸੀ ਪਹਿਲਾ ਐਂਗਲੋ ਸਿੱਖ ਯੁੱਧ, ਪਰ ਜਿਹੜਾ ਉਸ ਟਾਈਮ ਗਵਰਨਰ ਜਨਰਲ ਸੀ ਹਾਰਡਿੰਗ, ਲਾਰਡ ਹਾਰਡਿੰਗ, ਉਹ ਹਾਲੇ ਵੀ ਡਾਊਟ ਵਿੱਚ ਸੀ। ਉਹ ਕਹਿੰਦਾ ਸੀ ਵੀ ਸਿੱਖ ਤਾਂ ਭਾਵੇਂ ਹਾਰ ਗਏ ਨੇ ਪਰ ਹਾਲੇ ਵੀ ਲਾਹੌਰ, ਅੰਮ੍ਰਿਤਸਰ, ਪਿਸ਼ਾਵਰ ਇੱਥੇ ਹਾਲੇ ਖਾਲਸਾ ਫੌਜ ਜਿਹੜੀ ਸੀ ਉਹ ਤੈਨਾਤ ਸੀ ਅਤੇ ਉਹਨਾਂ ਨਾਲ ਅੰਗਰੇਜ਼ ਟੱਕਰ ਨਹੀਂ ਲੈਣਾ ਚਾਹੁੰਦੇ ਸੀ। ਪੰਜਾਬ ਵਿੱਚ ਸ਼ਾਂਤੀ ਵਿਵਸਥਾ ਸਥਾਪਿਤ ਕਰਨ ਲਈ ਆਮਦਨ ਤੋਂ ਵੱਧ ਖਰਚ ਕਰਨਾ ਪੈਣਾ ਸੀ। ਸਿੱਖ ਰਾਜ ਅਫਗਾਨਿਸਤਾਨ ਅਤੇ ਅੰਗਰੇਜ਼ੀ ਰਾਜ ਵਿਚਾਲੇ ਢਾਲ ਦਾ ਕੰਮ ਕਰਦੇ ਸੀ, ਯਾਨੀ ਕਿ ਸਿੱਖਾਂ ਦਾ ਹੋਣਾ ਅੰਗਰੇਜ਼ੀ ਲਈ ਫਾਇਦੇਮੰਦ ਸੀ ਕਿਉਂਕਿ ਅਫਗਾਨਿਸਤਾਨ ਨਾਲ ਅੰਗਰੇਜ਼ ਨਹੀਂ ਸੀ ਭਿੜਨਾ ਚਾਹੁੰਦੇ। ਲਾਰਡ ਹਾਰਡਿੰਗ ਪੰਜਾਬੀਆਂ ਨਾਲ ਉਹਨਾਂ ਦੀ ਕਮਜ਼ੋਰ ਕਰਨ ਵਾਲੀ ਸੰਧੀ ਕਰਨਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਵੀ ਥੋੜ੍ਹਾ ਟਾਈਮ ਪਾਈਏ ਹਾਲੇ ਅਸੀਂ, ਅਤੇ ਉਹ ਪੰਜਾਬ ਦੀ ਆਰਥਿਕ ਅਤੇ ਸੈਨਿਕ ਪੱਖ ਤੋਂ ਕਮਜ਼ੋਰ ਹੋਣ ਤੋਂ ਬਾਅਦ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ। ਨੈਕਸਟ ਹੈਗਾ ਕਿ ਭੈਰੋਵਾਲ ਦੀ ਸੰਧੀ ਤੋਂ ਬਾਅਦ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ? ਮਹਾਰਾਣੀ ਜਿੰਦਾ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਸੀ। ਉਸਦਾ ਪੂਰਾ ਨਾਮ ਸੀ ਜਿੰਦ ਕੌਰ। ਉਹ ਕਾਫੀ ਯੋਗ ਇਸਤਰੀ ਸੀ ਅਤੇ ਅੰਗਰੇਜ਼ ਉਸ ਨੂੰ ਹਟਾਉਣਾ ਚਾਹੁੰਦੇ ਸੀ ਉੱਥੋਂ, ਅਤੇ ਉਹਨਾਂ ਨੇ ਕੀ ਕੀਤਾ, ਉਸਦੇ ਅਧਿਕਾਰ ਜਿਹੜੇ ਸੀ ਰਾਜਨੀਤਿਕ ਉਹ ਖੋਹ ਲਏ। ਲਾਹੌਰ ਦਾ ਰਾਜ ਪ੍ਰਬੰਧ ਜਿਹੜਾ ਸੀ ਉਸ ਤੋਂ ਉਹਨੂੰ ਹਟਾ ਦਿੱਤਾ ਗਿਆ। ਉਸ ਨੂੰ ਕੈਦ ਕਰਕੇ ਸ਼ੇਖੂਪੁਰਾ ਕਿਲ੍ਹੇ ਦੇ ਵਿੱਚ ਭੇਜ ਦਿੱਤਾ ਗਿਆ। ਉਸ ਦੀ ਪੈਨਸ਼ਨ ਲਾ ਦਿੱਤੀ ਗਈ 1.5 ਲੱਖ ਰੁਪਏ।
ਫਿਰ ਬਾਅਦ 'ਚੋਂ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ। ਇਸ ਨਾਲ ਮਹਾਰਾਣੀ ਜਿੰਦਾਂ ਦਾ ਬਹੁਤ ਅਪਮਾਨ ਹੋਇਆ ਅਤੇ ਨਤੀਜਾ ਇਹ ਨਿਕਲਿਆ ਕਿ ਦੂਜਾ ਐਂਗਲੋ ਸਿੱਖ ਯੁੱਧ ਹੋਇਆ। ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ? ਲਾਹੌਰ ਰਾਜ ਦਾ ਇਹ ਆਖਰੀ ਮਹਾਰਾਜਾ ਸੀ ਅਤੇ ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਉਹ ਬਹੁਤ ਨਾਬਾਲਿਗ ਸੀਗਾ ਅਤੇ ਭੈਰੋਵਾਲ ਦੀ ਸੰਧੀ ਅਨੁਸਾਰ ਉਸਨੂੰ ਰਾਜਾ ਤਾਂ ਬਣਾ ਦਿੱਤਾ ਗਿਆ, ਪਰ ਉਸ ਦੀ ਸਹਾਇਤਾ ਕਰਨ ਵਾਸਤੇ 8 ਸਰਦਾਰਾਂ ਦੀ ਕੌਂਸਲ ਆਫ ਰੀਜੈਂਸੀ ਨਿਯੁਕਤ ਕਰ ਦਿੱਤੀ ਗਈ ਸੀ। ਕੌਂਸਲ ਨੇ ਉਨਾ ਚਿਰ ਹੀ ਕੰਮ ਕਰਨਾ ਸੀ ਜਿੰਨਾ ਚਿਰ ਮਹਾਰਾਜਾ ਬਾਲਗ ਨਾ ਹੋ ਜਾਂਦਾ, ਪਰ ਉਹ ਸਮਾਂ ਆਇਆ ਹੀ ਨਹੀਂ, ਕਿਉਂਕਿ ਦੂਜੇ ਐਂਗਲੋ ਸਿੱਖ ਯੁੱਧ ਦੇ ਵਿੱਚ ਸਿੱਖ ਹਾਰ ਗਏ ਅਤੇ ਅੰਗਰੇਜ਼ਾਂ ਨੇ ਉਸਨੂੰ ਰਾਜਗੱਦੀ ਤੋਂ ਹਟਾ ਦਿੱਤਾ। 4-5 ਲੱਖ ਰੁਪਏ ਉਸਦੀ ਸਾਲਾਨਾ ਪੈਨਸ਼ਨ ਲਾ ਦਿੱਤੀ ਅਤੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ। ਅਤੇ ਬਾਅਦ ਵਿੱਚ ਮਹਾਰਾਜਾ ਦਲੀਪ ਸਿੰਘ ਜਿਹੜਾ ਸੀ ਉਹ ਇੰਗਲੈਂਡ ਚਲੇ ਗਿਆ ਸੀ। ਪੰਜਾਬ ਰਾਜ ਵਿੱਚ ਸਿੱਖਾਂ ਦੇ ਰਾਜ ਦੇ ਪਤਨ ਦੇ ਕਾਰਨ ਦੱਸੋ। ਪਹਿਲਾਂ ਤਾਂ ਇਹ ਹੈ ਵੀ ਰਣਜੀਤ ਸਿੰਘ ਜਿਹੜਾ ਸੀ ਨਾ ਉਹ ਬਹੁਤ ਯੋਗ ਸੀ। ਉਸ ਨੇ ਲਾਹੌਰ ਰਾਜ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਸੀ, ਲੇਕਿਨ ਉਸਦੇ ਜਿਹੜੇ ਉੱਤਰਾਧਿਕਾਰੀ ਸੀ ਅੱਗੋਂ ਖੜਕ ਸਿੰਘ, ਸ਼ੇਰ ਸਿੰਘ, ਨੌ ਨਿਹਾਲ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਤਾਂ ਹੈ ਹੀ ਨਾਬਾਲਗ ਸੀ, ਉਹ ਇੰਨੇ ਯੋਗ ਨਹੀਂ ਸੀਗੇ। ਅੰਗਰੇਜ਼ਾਂ ਨੇ ਇਸ ਗੱਲ ਦਾ ਫਾਇਦਾ ਉਠਾਇਆ ਅਤੇ ਰਣਜੀਤ ਸਿੰਘ ਦੀ ਜਿਹੜੀ ਅੰਗਰੇਜ਼ਾਂ ਦੇ ਨਾਲ ਨੀਤੀ ਸੀ ਨਾ ਉਹ ਵੀ ਕਮਜ਼ੋਰ ਰਹੀ ਸੀ, ਕਿਉਂਕਿ ਉਹ ਸਿੱਧੋ ਸਿੱਧਾ ਕਦੀ ਵੀ ਅੰਗਰੇਜ਼ਾਂ ਦੇ ਨਾਲ ਯੁੱਧ ਨਹੀਂ ਸੀ ਕਰਦਾ, ਬਲਕਿ ਯੁੱਧ ਨੂੰ ਟਾਲ ਦਿੰਦਾ ਸੀ, ਅਤੇ ਜਿਸ ਕਰਕੇ ਅੰਗਰੇਜ਼ ਫਿਰ ਅੱਗੇ ਵੱਧਦੇ ਗਏ। ਤੀਸਰਾ ਸੀ ਕਿ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਜਿਹੜੀ ਫੌਜ ਸੀ ਉਸਦਾ ਸ਼ਾਸਕ ਤਾਂ ਹੁਣ ਖਤਮ ਹੋ ਗਿਆ, ਅਤੇ ਹੁਣ ਅੱਗੋਂ ਜਿਹੜੇ ਸਰਦਾਰ ਬਣੇ ਪ੍ਰਧਾਨ ਮੰਤਰੀ ਜਾਂ ਸੈਨਾਪਤੀ ਲਾਲ ਸਿੰਘ, ਤੇਜਾ ਸਿੰਘ, ਡੋਗਰਾ ਸਰਦਾਰ, ਇਹ ਸਭ ਆਪਸ ਵਿੱਚ ਹੀ ਲੜਦੇ ਰਹਿੰਦੇ ਸੀ। ਇਹ ਸਭ ਸਵਾਰਥੀ ਸੀ ਅਤੇ ਗੱਦਾਰ ਸੀ। ਇਹਨਾਂ ਦੀ ਗੱਦਾਰੀ ਕਰਕੇ ਵੀ ਸਿੱਖ ਜਿਹੜੇ ਸੀ ਉਹ ਲੜਾਈਆਂ ਹਾਰ ਗਏ ਸੀ। ਸਿੱਖਾਂ ਨੇ ਹੁਣ ਅੰਗਰੇਜ਼ਾਂ ਦੇ ਨਾਲ ਟੱਕਰ ਲਈ ਸੀ, ਲੇਕਿਨ ਸਿੱਖਾਂ ਦੇ ਸੈਨਾਪਤੀ ਲਾਲਚੀ ਅਤੇ ਗੱਦਾਰ ਸੀ, ਲੇਕਿਨ ਅੰਗਰੇਜ਼ਾਂ ਦੇ ਸੈਨਾਪਤੀ ਜਿਹੜੇ ਸੀ ਉਹ ਬਹੁਤ ਬਹਾਦਰ ਸੀ, ਦਲੇਰ ਅਤੇ ਯੋਗ ਸੀ। ਦੂਜੇ ਐਂਗਲੋ ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ? ਸੋ ਪਹਿਲਾ ਸਿੱਟਾ ਤਾਂ ਇਹ ਨਿਕਲਿਆ ਕਿ 29 ਮਾਰਚ 1849 ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ। ਦੂਸਰਾ, ਇਸ ਦਾ ਸ਼ਾਸਨ ਪ੍ਰਬੰਧ ਚਲਾਉਣ ਵਾਸਤੇ 3 ਅਧਿਕਾਰੀਆਂ ਦਾ ਬੋਰਡ ਸਥਾਪਿਤ ਕੀਤਾ ਗਿਆ। ਹੈਨਰੀ ਲਾਰੈਂਸ ਅਤੇ ਜਾਨ ਲਾਰੈਂਸ ਨੇ ਪੰਜਾਬ ਦੇ ਵਿੱਚ ਬਹੁਤ ਵਧੀਆ ਸ਼ਾਸਨ ਪ੍ਰਬੰਧ ਦਿੱਤਾ ਸੀ ਬਾਅਦ ਵਿੱਚ। ਐਸੇ ਕਰਕੇ ਹੀ ਪੰਜਾਬ ਨੇ ਫਿਰ 1857 ਦੇ ਵਿਦਰੋਹ ਵਿੱਚ ਪਾਰਟੀਸਪੇਟ ਹੀ ਨਹੀਂ ਕੀਤਾ ਬਹੁਤਾ। ਦਲੀਪ ਸਿੰਘ ਦੀ 50,000 ਪਾਉਂਡ ਸਾਲਾਨਾ ਪੈਨਸ਼ਨ ਲਾ ਦਿੱਤੀ ਗਈ ਅਤੇ ਉਸ ਨੂੰ ਇੰਗਲੈਂਡ ਭੇਜ ਦਿੱਤਾ ਗਿਆ। ਮੂਲ ਰਾਜ ਜਿਸ ਨੇ ਕਿ ਮੁਲਤਾਨ ਵਿੱਚ ਵਿਦਰੋਹ ਕੀਤਾ ਸੀ ਉਸ ਦੇ ਉੱਪਰ ਮੁਕੱਦਮਾ ਚਲਾਇਆ ਗਿਆ ਅਤੇ ਉਸ ਨੂੰ ਦੇਸ਼ ਨਿਕਾਲਾ ਜਾਂ ਕਾਲੇ ਪਾਣੀ ਦੀ ਸਜ਼ਾ ਦੇ ਕੇ ਉੱਥੋਂ ਦੇ ਅਲੱਗ ਕਰ ਦਿੱਤਾ ਗਿਆ। ਅੰਗਰੇਜ਼ਾਂ ਦਾ ਕੱਟੜ ਦੁਸ਼ਮਣ ਪੰਜਾਬ ਉਹਨਾਂ ਦੀ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਗਿਆ ਅਤੇ ਪੰਜਾਬ ਨੂੰ ਜਿੱਤਣ ਤੋਂ ਬਾਅਦ ਅੰਗਰੇਜ਼ ਹੁਣ ਪੂਰੇ ਭਾਰਤ ਦੇ ਮਾਲਿਕ ਬਣ ਗਏ। ਸੋ ਪੰਜਾਬ ਜਿਹੜਾ ਸੀ ਅਖੀਰਲਾ ਰਾਜ ਸੀ ਜਿਸ ਨੂੰ ਅੰਗਰੇਜ਼ਾਂ ਨੇ ਜਿੱਤਿਆ ਸੀ। ਸਭ ਤੋਂ ਪਹਿਲਾਂ ਸ਼ੁਰੂਆਤ ਵਿੱਚ ਉਸਨੇ ਅੰਗਰੇਜ਼ਾਂ ਨੇ ਬੰਗਾਲ ਜਿੱਤਿਆ ਸੀ। ਸੋ ਪਿਆਰੇ ਵਿਦਿਆਰਥੀਓ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।